किसान अकेडमी के ऑनलाइन प्लेटफॉर्म के उपर तुहाडा स्वागत है। असी MCQ सीरीज 12th स्टार्ट करन जा रहे हैं। इस सीरीज तुहाडे चाइल्ड केयर एंड डेवलपमेंट दे उन्हां टॉपिक्स दे नाल ने जिहड़े कि सुपरवाइजर दे 7th पार्ट दे विचों ने ते एनटीटी दे DE एंड F पार्ट दे नाल रिलेटेड ने। ठीक है जी, दोनों कोर्स साडे चल रहे ने। तुसी जिहड़े बच्चे भी इनरोल होना चाहते ने सुपरवाइजर दे बैच दे विच भी ते एनटीटी दे बैच दे विच भी वो इनरोल हो सकते ने। ऐप दे उपर जाके किसान अकेडमी दी ऐप डाउनलोड करके ਜਾਂ फिर डायरैक्ट डिस्क्रिप्शन बॉक्स ਦੇ ਵਿੱਚ ਨੰਬਰ ਦਿੱਤਾ ਹੋਇਆ ਉਹਦੇ ਉੱਪਰ ਕਾਲ ਕਰਕੇ। ਤਾਂ ਆਪਣੇ ਕੋਲ ਫਰਸਟ ਕੁਐਸਚਨ ਹੈਗਾ, ਅਕੋਰਡਿੰਗ ਟੂ ਇੰਡੀਅਨ ਲਾਅ ਵਟ ਇਜ਼ ਦਾ ਮਿਨੀਮਮ ਏਜ ਆਫ ਮੈਰਿਜ। ਤਾਂ ਭਾਰਤੀ ਕਾਨੂੰਨ ਦੇ ਅਨੁਸਾਰ ਵਿਆਹ ਦੀ ਘੱਟੋ ਘੱਟ ਕਿੰਨੀ ਉਮਰ ਆ? ਤਾਂ ਕੁੜੀਆਂ ਦੇ ਲਈ ਜਿਹੜੀ ਉਮਰ ਹੈਗੀ ਉਹ ਕਿੰਨੀ ਆ? 18 ਸਾਲ ਤੇ ਮੁੰਡਿਆਂ ਦੇ ਲਈ ਕਿੰਨੀ ਹੈਗੀ ਆ? 21 ਸਾਲ ਉਮਰ। ਇਹ ਤੁਹਾਨੂੰ ਸਭ ਨੂੰ ਕਲੀਅਰ ਹੋਊਗਾ ਇਹ ਕੁਐਸਚਨ। ਤਾਂ ਇਹ ਜਿਹੜੀ ਏਜ ਸੀਗੀ ਇਹ ਸ਼ਾਰਦਾ ਐਕਟ ਦੇ ਅੰਡਰ ਕੀਤੀ ਗਈ ਆ। ਕਈ ਵਾਰੀ ਪੁੱਛ ਲਿਆ ਜਾਂਦਾ ਕਿ ਸ਼ਾਰਦਾ ਐਕਟ ਕਿਹਦੇ ਨਾਲ ਰਿਲੇਟਡ ਆ, ਤਾਂ ਚਾਈਲਡ ਮੈਰਿਜ ਦੇ ਨਾਲ ਰਿਲੇਟਡ ਹੀ ਆ। ਪਹਿਲਾਂ ਛੋਟੀ ਉਮਰ ਦੇ ਵਿੱਚ ਵਿਆਹ ਕਰ ਦਿੱਤੇ ਜਾਂਦੇ ਸੀਗੇ, ਠੀਕ ਹੈ, ਤਾਂ ਉਹਨੂੰ ਜਿਹੜਾ ਹੈ ਇਸ ਐਕਟ ਦੇ ਵਿੱਚ ਉਮਰ ਨੂੰ ਫਿਕਸ ਕੀਤਾ ਗਿਆ। ਠੀਕ ਹੈ ਜੀ, ਕੁੜੀਆਂ ਦੇ ਲਈ 18 ਸਾਲ, ਮੁੰਡਿਆਂ ਦੇ ਲਈ 21 ਸਾਲ ਵਿਆਹ ਦੀ ਉਮਰ ਨਿਸ਼ਚਿਤ ਕੀਤੀ ਗਈ ਹੈ। ਦੈਨ ਹੈਗਾ ਆਪਣੇ ਕੋਲ ਸੈਕੰਡ ਕੁਐਸਚਨ, ਆਲ ਪਰਸਨ ਆਰ ਇਕੁਅਲ ਬਿਫੋਰ। ਇਹ ਜੋ ਤੁਹਾਡਾ ਮੌਕ ਟੈਸਟ ਹੋਇਆ ਸੀ ਉਹਦੇ ਵਿੱਚ ਆਈ ਥਿੰਕ ਜਿਹੜਾ ਸੀਗਾ ਟੈਕਨੀਸ਼ੀਅਨ ਜਦੋਂ ਅਪਲੋਡ ਕਰਦੇ ਨੇ ਤਾਂ ਉੱਥੇ ਕਈ ਵਾਰ ਆਪਸ਼ਨ ਗਲਤ ਟਿਕ ਹੋ ਜਾਂਦੀਆਂ ਹਨਾ। ਤਾਂ ਜਿਹੜਾ ਸਾਡੇ ਕੋਲ ਆਲ ਪਰਸਨ ਆਰ ਇਕੁਅਲ ਬਿਫੋਰ ਲਾਅ, ਤਾਂ ਸਾਰੇ ਪਰਸਨ ਬਿਫੋਰ ਲਾਅ ਦੇ ਸਾਹਮਣੇ ਬਰਾਬਰ ਨੇ। ਕਿਹੜਾ ਆਰਟੀਕਲ ਕਿਹਦੇ ਨਾਲ ਰਿਲੇਟਡ ਹੈਗਾ? ਲਾਅ। ਠੀਕ ਹੈ, ਤਾਂ ਆਲ ਪਰਸਨ ਆਰ ਇਕੁਅਲ ਬਿਫੋਰ ਕਿਸ ਦੇ ਬਰਾਬਰ ਇਕੁਅਲ ਨੇ? ਕਾਨੂੰਨ ਦੇ ਅਨੁਸਾਰ। ਠੀਕ ਹੈ, ਤਾਂ ਸਾਡਾ ਆਰਟੀਕਲ 14 ਇਹਦੇ ਬਾਰੇ ਦੱਸਦਾ ਕਿ ਜਿਹੜੇ ਸਾਡੇ ਕੋਲ ਹਰ ਇੱਕ ਭਾਰਤੀ ਨਾਗਰਿਕ ਆ ਉਹ ਆਰਟੀਕਲ 14 ਦੇ ਅਕੋਰਡਿੰਗ ਕਾਨੂੰਨ ਦੇ ਸਾਹਮਣੇ ਬਰਾਬਰ ਆ। ਮਤਲਬ ਕਾਨੂੰਨ ਦੇ ਆਧਾਰ ਤੇ ਕਿਸੇ ਨਾਲ ਵੀ ਭੇਦਭਾਵ ਨਹੀਂ ਕੀਤਾ ਜਾਊਗਾ। ਕਿਸੇ ਵੀ ਧਰਮ ਦੇ ਆਧਾਰ ਤੇ ਕਿਸੇ ਵੀ ਤਰ੍ਹਾਂ ਦਾ ਜੋ ਭੇਦਭਾਵ ਆ ਕਾਨੂੰਨ ਦੇ ਨਾਲ ਨਹੀਂ ਕੀਤਾ ਜਾਊਗਾ। ਕਾਨੂੰਨ ਪ੍ਰੈਜ਼ੀਡੈਂਟ ਦੇ ਲਈ ਵੀ ਬਰਾਬਰ ਆ, ਸਧਾਰਨ ਸਿਟੀਜ਼ਨ ਦੇ ਲਈ ਵੀ ਬਰਾਬਰ ਆ। ਜਿੰਨੇ ਵੀ ਪਰਸਨ ਨੇ ਉਹਨਾਂ ਸਾਰੇ ਸਭ ਕਾਨੂੰਨ ਦੇ ਸਾਹਮਣੇ ਬਿਲਕੁਲ ਬਰਾਬਰ ਨੇ। 13 ਆਪਣੇ ਕੋਲ ਹੈ, ਅਕੋਰਡਿੰਗ ਟੂ ਜੀਨ ਪਿਆਜੇ children are no longer egocentric when entering। ਕਦੋਂ ਜੀਨ ਪਿਆਜੇ ਦੇ ਅਕੋਰਡਿੰਗ ਚਿਲਡਰਨ ਕਿਹੜੀ ਏਜ ਦੇ ਵਿੱਚ ਜਦੋਂ ਐਂਟਰ ਕਰਦੇ ਨੇ, ਕਿਹੜੀ ਸਟੇਜ ਦੇ ਵਿੱਚ ਉਹ ਐਂਟਰ ਕਰਦੇ ਨੇ ਜਦੋਂ ਈਗੋਸੈਂਟਰਿਕ ਨਹੀਂ ਰਹਿੰਦੇ? ਇਹਦਾ ਮਤਲਬ ਇਹ ਆ ਕਿ ਕਿਹੜੀਆਂ ਸਟੇਜਾਂ ਦੇ ਵਿੱਚ ਪਹਿਲਾਂ ਹੁੰਦੇ ਨੇ। ਦੇਖੋ ਪਹਿਲਾਂ ਜੋ ਸਟੇਜ ਹੈਗੀ ਆ ਪਿਆਜੇ ਦੇ ਅਕੋਰਡਿੰਗ ਉਹ ਕਿਹੜੀ ਆ? ਸੈਂਸਰੀ ਮੋਟਰ ਸਟੇਜ। ਇਹਦੇ ਵਿੱਚ ਬੱਚਾ ਡੈਫੀਨੇਟਲੀ ਈਗੋਸੈਂਟਰਿਕ ਹੁੰਦਾ। ਪ੍ਰੀ ਆਪਰੇਸ਼ਨਲ ਦੇ ਵਿੱਚ ਵੀ ਬੱਚਾ ਈਗੋਸੈਂਟਰਿਕ ਹੁੰਦਾ। ਇਹ ਵੀ ਕੁਐਸਚਨ ਤੁਹਾਡੀਆਂ ਲਾਸਟ ਸੀਰੀਜ਼ ਦੇ ਵਿੱਚ ਹੋ ਚੁੱਕਿਆ। ਬਟ ਜਦੋਂ ਬੱਚਾ 7 ਸਾਲ ਦਾ ਹੁੰਦਾ ਤੇ ਉਹ ਕੰਕਰੀਟ ਆਪਰੇਸ਼ਨਲ ਸਟੇਜ ਦੇ ਵਿੱਚ ਜਾਂਦਾ ਤਾਂ ਉਦੋਂ ਬੱਚਾ ਜਿਹੜਾ ਹੈਗਾ ਈਗੋਸੈਂਟਰਿਕ ਨਹੀਂ ਰਹਿੰਦਾ, ਉਹ ਕੀ ਹੋ ਜਾਂਦਾ ਹੈਗਾ? ਸੋਸ਼ਲ ਸੈਂਟਰਿਕ। ਤਾਂ ਈਗੋਸੈਂਟਰਿਕ ਕੀ ਹੁੰਦਾ? ਜਦੋਂ ਕੋਈ ਪਰਸਨ ਬੱਚਾ ਕਿਸੇ ਹੋਰ ਦੀ ਓਪੀਨੀਅਨ ਨਾ ਸਮਝੇ, ਆਪਣੇ ਆਪ ਨੂੰ ਸਹੀ ਸਮਝੇ। ਤਾਂ ਇੱਥੇ ਆਪਣੇ ਕੋਲ ਕੁਐਸਚਨ ਕੀ ਸੀਗਾ ਕਿ ਜੀਨ ਪਿਆਜੇ ਅਨੁਸਾਰ ਕਿਸ ਅਵਸਥਾ 'ਚ ਬੱਚਾ ਹੰਕਾਰ ਕੇਂਦਰਿਤ ਨਹੀਂ ਹੁੰਦਾ? ਤਾਂ ਕੰਕਰੀਟ ਆਪਰੇਸ਼ਨਲ ਸਟੇਜ ਦੇ ਵਿੱਚ ਬੱਚਾ ਹੰਕਾਰ ਕੇਂਦਰਿਤ ਨਹੀਂ ਹੁੰਦਾ। फोर्थ क्वेश्चन अपने को विच वन इज नॉट एन एलिमेंट ऑफ इंटलैक्चुअल डेवलपमेंट। केड़ा इंटलैक्चुअल डेवलपमेंट दा हिस्सा नहीं आ? क्रिएटिविटी बिल्कुल इंटलैक्चुअल आ, थिंकिंग भी इंटलैक्चुअल आ, इमेजिनेशन कल्पना भी इंटलैक्चुअल आ। टॉलरेंस आ ਜਿਹੜੀ ਇਹ ਤੁਹਾਡੀ ਕਿਹਦੇ ਨਾਲ ਰਿਲੇਟਡ ਹੈਗੀ? ਇੰਟੈਲੈਕਚੁਅਲ ਡਿਵੈਲਪਮੈਂਟ ਦੇ ਨਾਲ ਰਿਲੇਟਡ ਨਹੀਂ ਹੈਗੀ, ਇਹ ਤੁਹਾਡੇ ਇਮੋਸ਼ਨਸ ਦੇ ਨਾਲ ਰਿਲੇਟਡ ਆ। ਠੀਕ ਹੈ ਜੀ, ਸਹਿਣ ਕਰਨਾ ਤੁਹਾਡਾ ਇੱਕ ਇਮੋਸ਼ਨ ਹੋ ਸਕਦਾ, ਟੋਲਰੈਂਸ ਤੁਹਾਡਾ ਇਮੋਸ਼ਨ ਹੋ ਸਕਦਾ। ਤਾਂ ਇਹਦਾ ਮਤਲਬ ਜਿਹੜੀ ਇੰਟੈਲੈਕਚੁਅਲ ਡਿਵੈਲਪਮੈਂਟ ਆ ਉਹ 'ਚ ਕ੍ਰੀਏਟੀਵਿਟੀ, ਥਿੰਕਿੰਗ ਐਂਡ ਇਮੈਜੀਨੇਸ਼ਨ ਆ ਸਕਦੀ ਹੈ। ਜਿਹੜੀ ਟੋਲਰੈਂਸ ਹੈਗੀ ਆ ਉਹ ਤੁਹਾਡੇ ਮੋਰਲ ਦੇ ਨਾਲ ਰਿਲੇਟਡ ਆਊਗੀ, ਤੁਹਾਡੇ ਇਮੋਸ਼ਨਸ ਦੇ ਨਾਲ ਰਿਲੇਟਡ ਆਊਗੀ। ਠੀਕ ਹੈ, ਸਹਿਣਸ਼ੀਲਤਾ ਤੁਹਾਡਾ ਮੋਰਲ ਵੀ ਆ ਤੇ ਤੁਹਾਡਾ ਜਿਹੜਾ ਹੈ ਇਮੋਸ਼ਨ ਦੇ ਨਾਲ ਵੀ ਡੀਲ ਕਰਦਾ। ਠੀਕ ਹੈ ਜੀ, ਨੈਕਸਟ ਹੈ ਆਪਣੇ ਕੋਲ ਨੈਕਸਟ ਕੁਐਸਚਨ, ਅਕੋਰਡਿੰਗ ਟੂ ਜੀਨ ਪਿਆਜੇ ਥਿਊਰੀ ਆਫ ਕੋਗਨਿਟਿਵ ਡਿਵੈਲਪਮੈਂਟ ਦਾ ਕੰਕਰੀਟ ਆਪਰੇਸ਼ਨਲ ਸਟੇਜ ਸਟਾਰਟ ਐਟ ਏਜ। ਕਿਹੜੀ ਸਟੇਜ ਦੇ ਵਿੱਚ ਜਿਹੜਾ ਹੈ ਕੰਕਰੀਟ ਆਪਰੇਸ਼ਨਸ ਨੇ, ਜਿਹੜੇ ਇੱਕ ਬੱਚਾ ਕੰਕਰੀਟ ਆਪਰੇਸ਼ਨ ਜਾਨੀ ਕਿ ਸਥੂਲ ਚੀਜ਼ਾਂ ਦੇ ਉੱਪਰ ਜੋ ਆਪਣਾ ਦਿਮਾਗ ਆਪਣੀ ਕਲਪਨਾ ਲਾਉਣ ਲੱਗ ਜਾਂਦਾ, ਤਾਂ ਇਹ ਕਿਹੜੀ ਸਟੇਜ ਹੈਗੀ ਆ? ਅਕੋਰਡਿੰਗ ਟੂ ਜੀਨ ਪਿਆਜੇ ਤੀਜੀ ਸਟੇਜ ਆ। ਤੇ ਇਹ ਜਿਹੜੀ ਇਹਦੀ ਕਿੰਨੀ ਹੈਗੀ ਆ? 7 ਸਾਲ ਤੋਂ ਸ਼ੁਰੂ ਹੁੰਦੀ ਆ। 7 ਤੋਂ ਲੈ ਕੇ 11 ਜਾਂ 12 ਤੱਕ ਦਾ ਜਿਹੜਾ ਪੀਰੀਅਡ ਹੈ ਉਹ ਜੀਨ ਪਿਆਜੇ ਦੇ ਅਕੋਰਡਿੰਗ ਕੋਗਨਿਟਿਵ ਡਿਵੈਲਪਮੈਂਟ ਦੇ ਵਿੱਚ ਰੱਖਿਆ ਜਾਂਦਾ। ਉਸ ਤੋਂ ਬਾਅਦ ਹੈ ਆਪਣੇ ਕੋਲ 6th ਕੁਐਸਚਨ,
प्ले हैज अ डिफरेंट रोल इन डेवलपमेंट ऑफ यंग चाइल्ड। एक जंग छोटे बच्चे ਦੇ ਜਿਹੜਾ ਵਿਕਾਸ ਦੇ ਵਿੱਚ ਪਲੇ ਦਾ ਬੜਾ ਵੱਡਾ ਰੋਲ ਆ ਹਨਾ। ਆਪਾਂ ਜਿੰਨੀਆਂ ਵੀ ਕਲਾਸਿਸ ਹੋਈਆਂ ਉਹਨਾਂ ਦੇ ਵਿੱਚ ਪਲੇ ਦੇ ਰੋਲ ਨੂੰ ਕਾਫੀ ਇੰਪੋਰਟੈਂਸ ਦਿੱਤੀ ਆ ਹਨਾ। ਤਾਂ ਕਹਿੰਦੇ ਇਹਨਾਂ ਵਿੱਚੋਂ ਮਤਲਬ ਪਲੇ ਦੇ ਕਿਹੜੇ ਸਿਗਨੀਫੀਕੈਂਟ ਰੋਲ ਹੈਗੇ ਆ, ਪਰ ਉਹਨਾਂ ਵਿੱਚੋਂ ਕਿਹੜਾ ਇੱਕ ਨਹੀਂ ਆ, ਤੁਸੀਂ ਇਹ ਦੱਸਣਾ ਹਨਾ ਕਿ ਕਿਹੜਾ ਇੱਕ ਜਿਹੜਾ ਇੱਥੇ ਸਹੀ ਸਟੇਟਮੈਂਟ ਨਹੀਂ ਬਣਦਾ। ਤਾਂ ਖੇਡ ਛੋਟੇ ਬੱਚਿਆਂ ਦੇ ਵਿਕਾਸ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਡੈਸ਼ ਨੂੰ ਛੱਡ ਕੇ। ਕਿਹਨੂੰ ਛੱਡ ਕੇ? ਪਹਿਲੀ ਆਪਸ਼ਨ ਆਪਣੇ ਕੋਲ ਇਟ ਸਟਿਮੂਲੇਟ देयर ਸੈਂਸਸ, ਬਿਲਕੁਲ ਠੀਕ ਆ। ਜਿੰਨੀਆਂ ਵੀ ਗਿਆਨ ਇੰਦਰੀਆਂ ਨੇ ਉਹਨਾਂ ਦਾ ਯੂਜ਼ ਕਰਨਾ ਇਹਦੇ ਸ਼ਾਮਲ ਆ। then it is just a pleasant way to spend time, it's just। ਵੈਸੇ ਤਾਂ ਦੇਖੋ ਸਹੀ ਆ, ਬਟ ਇੱਥੇ ਟਰਮ ਆ ਗਈ ਜਸਟ ਸਿਰਫ ਇਹ ਤਾਂ ਨਹੀਂਗਾ ਕਿ ਇੱਕ ਬੱਚਾ ਪਲੇ ਦੇ ਰਾਹੀਂ ਸਿਰਫ ਇੰਜੋਏ ਕਰਦਾ, ਨਹੀਂ, ਉਹਦੀ ਤਾਂ ਹਰ ਪੱਖ ਦੀ ਡਿਵੈਲਪਮੈਂਟ ਹੁੰਦੀ ਆ। ਤਾਂ ਆਪਣੇ ਕੋਲ ਜੋ ਗਲਤ ਸਟੇਟਮੈਂਟ ਆ ਉਹ ਹੈਗੀ ਆ ਇਹ, ਪਰ ਆਪਾਂ ਦੂਜੀਆਂ ਵੀ ਪੜ੍ਹਦੇ ਆ। they acquire new skill and learn when to use them, ਹਨਾ। ਬੱਚਾ ਇੱਥੋਂ ਕੀ ਆ, ਨਵੀਆਂ ਐਕਵਾਇਰ ਕਰਦਾ, ਨਵੀਆਂ ਚੀਜ਼ਾਂ ਨੂੰ ਐਕਵਾਇਰ ਕਰਦਾ ਤੇ learn when to use, ਇਹ ਵੀ ਸਿੱਖਦਾ ਕਿ ਇਹਨਾਂ ਨੂੰ ਕਦੋਂ ਵਰਤਣਾ। then gain mastery over their body, ਤੇ ਫਿਰ ਜਿਹੜਾ ਆਪਣੀ ਬੋਡੀ ਦੇ ਉੱਪਰ ਕੰਟਰੋਲ ਕਰਨਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਬੱਚਾ ਸਿੱਖਦਾ। ਠੀਕ ਹੈ ਜੀ। ਤਾਂ ਜਿਹੜਾ ਹੈ ਆਪਣੇ ਕੋਲ ਇੱਥੇ ਕੀ ਆ ਜਾਊਗਾ, ਬੀ ਜਿਹੜਾ ਹੈ ਆਪਣੇ ਕੋਲ ਇੱਥੇ ਇਸ ਦੇ ਅਕੋਰਡਿੰਗ ਆਨਸਰ ਬਣਦਾ, ਕਿਉਂਕਿ ਬੱਚਾ ਸਿਰਫ ਇਹਦੇ ਰਾਹੀਂ ਆਨੰਦ ਹੀ ਹਾਸਲ ਨਹੀਂ ਕਰਦਾ, ਬਾਕੀ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬੱਚਾ ਖੇਡ ਦੇ ਰਾਹੀਂ ਸਿੱਖਦਾ। 7th ਹੈ ਆਪਣੇ ਕੋਲ the idea of practical learning means, practical learning ਦਾ idea ਦੇ ਅਕੋਰਡਿੰਗ ਹੈ ਨਾ, education should apply to, ਜਿਹੜੀ ਐਜੂਕੇਸ਼ਨ ਆ ਉਹ ਕਿੰਨਾ ਤੇ ਲਾਗੂ ਹੋਣ ਯੋਗ ਹੋਣੀ ਚਾਹੀਦੀ ਆ। ਤਾਂ ਕਹਿੰਦੇ ਪ੍ਰੈਕਟੀਕਲ ਲਰਨਿੰਗ ਦੇ ਜੇ ਅਸੀਂ ਸੰਕਲਪ ਨੂੰ ਦੇਖਦੇ ਹਾਂ, ਯਾਨੀ ਕਿ ਪ੍ਰੈਗਮਾਟਿਜ਼ਮ ਨੂੰ ਜੇ ਅਸੀਂ ਦੇਖਦੇ ਹਾਂ, ਤਾਂ ਉਹਦੇ ਚ ਜਿਹੜੀ ਸਾਡੀ ਐਜੂਕੇਸ਼ਨ ਆ ਇਸ ਤਰੀਕੇ ਦੀ ਹੋਵੇ ਕਿ ਉਹ ਸਹੀ ਸੰਸਾਰ ਆ ਜਿੱਥੇ ਬੱਚੇ ਨੇ ਰਹਿਣਾ, ਜਿੱਥੇ ਬੱਚੇ ਨੇ ਵਿਚਰਨਾ, ਉਹਦੇ ਅਕੋਰਡਿੰਗ ਹੀ ਹੋਵੇ, ਉੱਥੇ ਅਪਲਾਈ ਹੋਣ ਯੋਗ ਹੋਵੇ। ਉਹ ਚੀਜ਼ਾਂ ਨਾ ਸਿਖਾਓ ਜਿਹੜੀਆਂ ਕਿ ਬੱਚੇ ਦੀ ਜ਼ਿੰਦਗੀ ਦੇ ਵਿੱਚ ਕਿਤੇ ਲਾਗੂ ਹੀ ਨਹੀਂ ਹੋਣੀਆਂ। 8th ਆਪਣੇ ਕੋਲ an aspect of pragmatism is experimental learning which say education should come through। ਤਾਂ ਜਿਹੜਾ ਪ੍ਰੈਗਮਾਟਿਜ਼ਮ ਆ ਕਿਹਦੇ ਉੱਪਰ ਜ਼ੋਰ ਦਿੰਦਾ ਹੈਗਾ, ਐਕਸਪੀਰੀਅੰਸ ਦੇ ਰਾਹੀਂ, ਪ੍ਰੈਕਟੀਕਲ ਦੇ ਰਾਹੀਂ ਲਰਨਿੰਗ ਕਰਨ ਦੇ ਉੱਪਰ, ਕਿ ਪ੍ਰੈਕਟੀਕਲ ਦੇ ਰਾਹੀਂ ਬੱਚਾ ਹੈਗਾ ਜਿਹੜਾ ਉਹ ਲਰਨ ਕਰਦਾ। ਠੀਕ ਹੈ। ਤਾਂ ਇਹ ਐਕਸਪੈਰੀਮੈਂਟਲ ਬੇਸਡ ਆ, ਤਾਂ ਪ੍ਰੈਗਮਾਟਿਜ਼ਮ ਐਕਸਪੈਰੀਮੈਂਟਲਾਈਜ਼ ਕਰਕੇ ਕਿਹਦੇ ਉੱਪਰ ਜ਼ੋਰ ਦਊਗੀ, ਐਕਸਪੀਰੀਅੰਸ ਦੇ ਉੱਪਰ, ਤੁਹਾਡੇ ਅਨੁਭਵ ਕਰਨ ਦੇ ਉੱਪਰ ਜਿਹੜੀ ਹੈਗੀ ਆ ਇਹ ਜ਼ੋਰ ਦਊਗੀ। ਅਨੁਭਵਾਂ ਦੇ ਰਾਹੀਂ ਸਿੱਖਣ ਦੇ ਉੱਪਰ, ਪ੍ਰੈਕਟੀਕਲ ਕਰਕੇ ਸਿੱਖਣ ਦੇ ਉੱਪਰ ਜ਼ੋਰ ਦਊਗੀ। ਨੈਕਸਟ ਹੈ ਆਪਣੇ ਕੋਲ according to John Dewey, children should experience dash in school to make them better citizen। ਤਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਇੱਕ ਚੰਗੇ ਨਾਗਰਿਕ ਬਣਾਉਣ ਦੇ ਲਈ, ਕਿਉਂਕਿ ਪ੍ਰੈਗਮਾਟਿਜ਼ਮ ਦਾ ਉਦੇਸ਼ ਇਹ ਵੀ ਆ ਕਿ ਚੰਗੇ ਨਾਗਰਿਕ ਬਣਾਏ ਜਾਣ ਹਨਾ। ਤਾਂ ਚੰਗੇ ਨਾਗਰਿਕ ਬਣਾਉਣ ਦੇ ਲਈ ਉਹਨਾਂ ਨੂੰ ਕੀ ਸਿਖਾਉਣਾ ਚਾਹੀਦਾ, ਤਾਂ ਉਹਨਾਂ ਨੂੰ ਜੋ ਸਿਖਾਉਣੀ ਚਾਹੀਦੀ ਹੈਗੀ ਆ, ਜਿਹੜਾ ਐਕਸਪੀਰੀਅੰਸ ਕਿਹਦਾ ਹੋਣਾ ਚਾਹੀਦਾ ਹੈਗਾ, ਡੈਮੋਕ੍ਰੇਸੀ ਦਾ। ਡੈਮੋਕ੍ਰੇਟਿਕ ਇਨਵਾਇਰਨਮੈਂਟ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਵੇ, ਜੋ ਬੱਚੇ ਡੈਮੋਕ੍ਰੇਸੀ ਦਾ ਨੂੰ ਫੀਲ ਕਰਨਗੇ, ਡੈਮੋਕ੍ਰੇਸੀ ਦਾ ਅਨੁਭਵ ਕਰਨਗੇ, ਤਾਂ ਹੀ ਉਹ ਜਿਹੜੇ ਇੱਕ ਚੰਗੇ ਨਾਗਰਿਕ ਹੈਗੇ ਆ ਸਮਾਜ ਦੇ ਵਿੱਚ ਬਣ ਕੇ ਉੱਭਰਨਗੇ। 10th ਆਪਣੇ ਕੋਲ progressivism believe that education come from the experience of, progressivism ਆ ਜਿਹੜਾ ਇਹ ਕਿਹਦੇ ਨਾਲ ਸੰਬੰਧਿਤ ਹੈਗਾ, ਡੈਵੀ ਦੇ ਨਾਲ, ਮਤਲਬ ਕਿ ਪ੍ਰੈਗਮਾਟਿਜ਼ਮ ਦੇ ਨਾਲ। ਠੀਕ ਹੈ ਜੀ। ਤਾਂ ਇਹਦੇ ਉੱਪਰ ਐਕਸਪੀਰੀਅੰਸ ਜਿਹੜੇ ਹੈਗੇ ਐਜੂਕੇਸ਼ਨ come from the experience of, ਤਾਂ ਐਜੂਕੇਸ਼ਨ ਹੈ ਕਿਹਦੇ ਲਈ, ਕਿਹਦੇ ਐਕਸਪੀਰੀਅੰਸਿਸ ਦੇ ਨਾਲ ਰਿਲੇਟਡ ਆ, ਤਾਂ ਚਾਈਲਡ ਦੇ ਨਾਲ, ਕਿਉਂਕਿ ਪ੍ਰੈਗਮਾਟਿਜ਼ਮ ਚਾਈਲਡ ਸੈਂਟਰ ਆ। ਠੀਕ ਹੈ। ਬੱਚੇ ਦੁਆਰਾ ਐਕਟੀਵਿਟੀ ਕਰਕੇ ਲਰਨ ਕਰਨ ਦੇ ਉੱਪਰ ਜ਼ੋਰ ਦਿੰਦਾ, ਤਾਂ ਇਸ ਕਰਕੇ ਜਿਹੜੀ ਇੱਥੇ ਐਜੂਕੇਸ਼ਨ ਆ ਉਹਦਾ ਡਾਇਰੈਕਟ ਸੰਬੰਧ ਵੀ ਸਿਰਫ ਚਾਈਲਡ ਦੇ ਨਾਲ ਆ। ਦੈਨ ਹੈ ਆਪਣੇ ਕੋਲ 11th ਕੁਐਸਚਨ, ਸਿਟਿੰਗ ਅਰੇਂਜਮੈਂਟ ਆਫ ਕਲਾਸਰੂਮ ਸ਼ੁੱਡ ਬੀ ਇਨ ਪ੍ਰੀ ਸਕੂਲ। ਪ੍ਰੀ ਸਕੂਲ ਦੇ ਵਿੱਚ ਸਿਟਿੰਗ ਅਰੇਂਜਮੈਂਟ ਕਿਵੇਂ ਦਾ ਹੋਣਾ ਚਾਹੀਦਾ, ਚਾਈਲਡ ਸਾਈਜ਼ ਚੇਅਰ ਤੇ ਟੇਬਲ ਬਿਲਕੁਲ ਬੱਚੇ ਦੇ ਕੱਦ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਨੇ, ਟੇਬਲ ਤੇ ਚੇਅਰ ਐਡਜਸਟੇਬਲ ਹੋਣੀਆਂ ਚਾਹੀਦੀਆਂ ਅਕੋਰਡਿੰਗ ਟੂ ਐਕਟੀਵਿਟੀ, ਜਿਵੇਂ ਦੀ ਐਕਟੀਵਿਟੀ ਕਰਨੀ ਉਸੇ ਦੇ ਅਕੋਰਡਿੰਗ ਹੀ ਐਡਜਸਟੇਬਲ ਹੋਵੇ ਸਿਟਿੰਗ ਅਰੇਂਜਮੈਂਟ। ਤੇ ਤੁਰਨ ਫਿਰਨ ਦੀ ਵੀ ਖੁੱਲੀ ਜਗ੍ਹਾ ਹੋਣੀ ਚਾਹੀਦੀ ਆ, ਸਪੇਸ ਹੋਣੀ ਚਾਹੀਦੀ ਆ ਬੱਚੇ ਨੂੰ ਮੂਵ ਕਰਨ ਦੇ ਲਈ। ਕਲਾਸਰੂਮ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਭਰਿਆ ਹੋਇਆ ਕਲਾਸਰੂਮ ਨਹੀਂ ਹੋਣਾ ਚਾਹੀਦਾ ਕਿ ਉੱਥੇ ਬੱਚਾ ਮੂਵ ਹੀ ਨਾ ਕਰ ਸਕਦਾ। ਆਪਣੇ ਕੋਲ ਆਨਸਰ ਕੀ ਹੈਗਾ, ਆਲ ਆਫ ਥੀਸ। 12th which method is related with John Dewey, ਜੌਨ ਡੈਵੀ ਦੇ ਨਾਲ ਕਿਹੜਾ ਮੈਥਡ ਰਿਲੇਟਡ ਹੈ, ਤੁਹਾਨੂੰ ਸਭ ਨੂੰ ਪਤਾ ਹੋਣਾ, ਪ੍ਰੋਜੈਕਟ ਮੈਥਡ। ਠੀਕ ਹੈ ਜੀ। ਪ੍ਰੈਗਮਾਟਿਜ਼ਮ ਦੇ ਨਾਲ ਡੀਲ ਹੀ ਕਿਹੜਾ ਮੈਥਡ ਕਰਦਾ ਹੈਗਾ, ਪ੍ਰੋਜੈਕਟ ਮੈਥਡ। ਨੈਕਸਟ ਆਪਣੇ ਕੋਲ according to NEP 2020 National Policy of Education 2020 ਦੇ ਅਨੁਸਾਰ who will be responsible to implement ECC in
ਇੰਡੀਆ ਦੇ ਵਿੱਚ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ ਨੂੰ ਲਾਗੂ ਕਰਨ ਦੇ ਲਈ ਕਿਹੜੇ ਜਿਹੜੇ ਹੋਣਗੇ ਰਿਸਪੌਂਸਿਬਲ ਹੋਣਗੇ? ਮਿਨਿਸਟਰੀ ਆਫ ਐਜੂਕੇਸ਼ਨ, ਬਿਲਕੁਲ, ਜਿਹਦਾ ਨਾਮ ਹੀ 2020 ਦੀ ਪਾਲਿਸੀ ਦੇ ਵਿੱਚ ਬਦਲਿਆ ਗਿਆ। ਪਹਿਲਾਂ ਇਹਦਾ ਨਾਮ ਕੀ ਸੀ ਮਿਨਿਸਟਰੀ ਆਫ ਐਜੂਕੇਸ਼ਨ ਦਾ? ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ, MHRD, ਠੀਕ ਹੈ ਜੀ। ਦੂਜੀ ਜਿਹੜੀ ਇਹਦੇ ਲਈ ਰਿਸਪੌਂਸਿਬਲ ਹੋਊਗੀ ਉਹ ਹੈ ਮਿਨਿਸਟਰੀ ਆਫ ਵਿਮਨ ਐਂਡ ਚਾਈਲਡ ਡਿਵੈਲਪਮੈਂਟ, ਜਿਹੜੀ ਕਿ ਪਹਿਲਾਂ ਵੀ ECC ਦੇ ਖੇਤਰ ਵਿੱਚ ਕਾਫੀ ਕੰਮ ਕਰ ਰਹੀ ਹੈ। ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ, ਇਹ ਵੀ ਰਿਸਪੌਂਸਿਬਲ ਹੋਊਗੀ। ਤਾਂ ਇਹਨਾਂ ਨੂੰ ਲਾਗੂ ਕਰਨ ਦੇ ਲਈ ਜਿਹੜਾ ਤਿੰਨੋਂ ਹੀ ਏਜੰਸੀਜ਼ ਜਾਂ ਤਿੰਨੋਂ ਹੀ ਜਿਹੜੀਆਂ ਡਿਪਾਰਟਮੈਂਟਸ ਨੇ ਭਾਰਤ ਸਰਕਾਰ ਦੇ, ਉਹ ECC ਨੂੰ ਭਾਰਤ ਦੇ ਵਿੱਚ ਲਾਗੂ ਕਰਨਗੇ। ਕਿਹੜੀ ਪਾਲਿਸੀ ਨੂੰ? 2020 ਦੇ ਅਕੋਰਡਿੰਗ। 14 ਆਪਣੇ ਕੋਲ ਦਾ ਕਰੰਟ 10+2+3 ਹੈ ਨਾ। ਆਪਣੇ ਕੋਲ ਦੇਖੋ 10+2+2 ਤੱਕ ਕਰ ਦਿੱਤਾ ਗਿਆ ਪਹਿਲਾਂ, ਪਰ ਅਸਲ ਦੇ ਵਿੱਚ ਇਹਦਾ ਪੂਰਾ ਨਾਮ ਕੀ ਸੀਗਾ? 10+2+3, ਠੀਕ ਹੈ ਜੀ। 3 ਸਾਲ ਦੀ ਗ੍ਰੈਜੂਏਸ਼ਨ ਵੀ ਇਹਦੇ ਚ ਐਡ ਕੀਤੀ ਗਈ ਸੀ। ਤਾਂ ਜਿਹੜਾ ਐਟ ਟਾਈਮ +2 ਦਾ ਹੈ, ਪਹਿਲਾਂ ਐਟ ਪ੍ਰੈਜ਼ੈਂਟ ਆਪਣੇ ਕੋਲ +2 ਤੱਕ ਦਾ ਸ਼ਡਿਊਲ ਕੀ ਹੈਗਾ? ਪਹਿਲੀਆਂ 10ਵੀਆਂ ਤੇ ਫਿਰ 2 ਸਾਲ ਦੀ 11ਵੀਂ ਤੇ 12ਵੀਂ, ਹੈ ਨਾ। ਉਸ ਤੋਂ ਬਾਅਦ ਜਿਹੜੀ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ ਆ 2020 ਦੇ, ਉਹਦੇ ਚ ਰਿਪਲੇਸ ਕੀਤਾ ਗਿਆ ਨਿਊ, ਕਿਹੜੀ ਨਵੀਂ ਸੰਰਚਨਾ ਦਿੱਤੀ ਗਈ ਆ, ਹਨਾ, 10+2 ਨੂੰ ਚੇਂਜ ਕਰਕੇ। ਤਾਂ ਆਪਾਂ ਨੂੰ ਹੁਣ ਜੋ ਦਿੱਤੀ ਗਈ ਸੰਰਚਨਾ ਉਹ ਕਿਹੜੀ ਹੈਗੀ ਆ? 5+3+3+4, ਠੀਕ ਹੈ ਜੀ। 5+3+3+4, ਠੀਕ ਹੈ। ਮਤਲਬ ਪਹਿਲੇ 5 ਸਾਲ ਬੱਚੇ ਦੇ ਕਿਹੜੇ ਹੋ ਗਏ? ਜਿਹੜੇ 5 ਸਾਲ ਦੇ ਵਿੱਚੋਂ ਬੱਚੇ ਦਾ ਜਿਹੜਾ ਸ਼ੁਰੂਆਤੀ ਪੀਰੀਅਡ ਆ, ਜਿਸ ਚ ਬੱਚੇ ਦੇ 3 ਸਾਲ ਪ੍ਰੀ ਐਜੂਕੇਸ਼ਨ ਦੇ ਹੋ ਗਏ, ਪ੍ਰੀ ਨਰਸਰੀ ਵਾਲੇ, ਪ੍ਰੀ ਜੋ ਪਹਿਲੇ ਪ੍ਰੈਪਰੇਟਰੀ ਦੇ ਤੌਰ ਤੇ ਯੂਜ਼ ਕਰੂਗਾ, ਠੀਕ ਹੈ, ਫਾਊਂਡੇਸ਼ਨ ਦੇ ਤੌਰ ਤੇ ਅਸੀਂ ਉਹਨੂੰ ਰੱਖਾਂਗੇ। ਦੈਨ ਅਗਲੇ 3 ਸਾਲ ਹੋ ਗਏ ਉਹਦੇ 3 ਤੋਂ ਲੈ ਕੇ 5ਵੀਂ ਤੱਕ ਦੇ। ਦੈਨ ਅਗਲੇ 3 ਸਾਲ ਹੋ ਗਏ ਉਹਦੇ 5ਵੀਂ 6ਵੀਂ 7ਵੀਂ ਤੇ 8ਵੀਂ ਦੇ। ਦੈਨ 8ਵੀਂ ਤੋਂ ਲੈ ਕੇ 12ਵੀਂ ਤੱਕ ਦੇ 4 ਸਾਲ ਹੋ ਗਏ। ਤੇ ਪੂਰਾ ਜੋ ਹੈ ਕਰਿਕੂਲਰ ਸਟਰਕਚਰ ਆਪਣੇ ਕੋਲ ਹੈ ਕਿ 5+3+3+4, ਠੀਕ ਹੈ ਜੀ। ਨੈਕਸਟ ਕੁਐਸਚਨ ਆਪਣੇ ਕੋਲ ਆ ਡਾਇਨਾਮਿਕ ਅਪਰੋਚ ਟੂ ਟੀਚਿੰਗ। ਇੱਕ ਡਾਇਨਾਮਿਕ ਅਪਰੋਚ ਜੋ ਕਿ ਟੀਚਿੰਗ ਦੇ ਵਿੱਚ ਯੂਜ਼ ਕੀਤੀ ਜਾਂਦੀ, ਦਾ ਕੀ ਮਤਲਬ ਆ? ਟੀਚਿੰਗ ਸ਼ੁੱਡ ਬੀ ਫੋਰਸਫੁਲ ਐਂਡ ਇਫੈਕਟਿਵ। ਟੀਚਿੰਗ ਆ ਜਿਹੜੀ ਉਹ ਫੋਰਸ ਤੋਂ ਇਹ ਨਹੀਂ ਹੋਣੀ ਚਾਹੀਦੀ ਕਿ ਥੋਪੀ ਜਾ ਸਕੇ, ਇਸ ਕਰਕੇ ਗਲਤ ਆ। ਟੀਚਿੰਗ ਸ਼ੁੱਡ ਬੀ એનર્ਜੈਟਿਕ ਐਂਡ ਡਾਇਨਾਮਿਕ। એનર્ਜੈਟਿਕ ਹੋਵੇ ਤੇ ਡਾਇਨਾਮਿਕ ਹੋਵੇ, ਅਗਲੀਆਂ ਦੇਖਦੇ ਆਂ ਅਸੀਂ, ਹਨਾ। ਦਾ ਟੀਚਿੰਗ ਸ਼ੁੱਡ ਨਾਟ ਬੀ ਸਟੈਟਿਕ ਬਟ ਡਾਇਨਾਮਿਕ। ਸਟੈਟਿਕ ਹੋਵੇ ਬਟ ਡਾਇਨਾਮਿਕ ਵੀ ਹੋਵੇ, ਸਿਰਫ ਸਟੈਟਿਕ ਨਾ ਹੋਵੇ, ਡਾਇਨਾਮਿਕ ਵੀ ਹੋਵੇ, ਹਨਾ। ਇਟ ਦਾ ਸਟੂਡੈਂਟ ਸ਼ੁੱਡ ਬੀ ਰਿਕੁਆਇਰਡ ਟੂ ਲਰਨ ਥਰੂ ਐਕਟੀਵਿਟੀ। ਤਾਂ ਇਸ ਤਰੀਕੇ ਦੀ ਹੋਵੇ ਜਿਹਦੇ ਚ ਬੱਚਾ ਐਕਟੀਵਿਟੀਜ਼ ਦੇ ਰਾਹੀਂ ਲਰਨ ਕਰ ਸਕਦਾ ਹੋਵੇ। ਸਾਡੇ ਕੋਲ ਇੱਥੇ ਸਭ ਤੋਂ ਜ਼ਿਆਦਾ ਢੁਕਵੀਂ ਆਪਸ਼ਨ ਆ ਜਿਹੜੀ ਉਹ ਕੀ ਹੈਗੀ ਆ? D। ਹਮੇਸ਼ਾ ਹੀ ਉਹ ਮੈਥਡ ਡਾਇਨਾਮਿਕ ਟੀਚਿੰਗ ਦੇ ਲਈ ਸਹੀ ਮੰਨਿਆ ਜਾਂਦਾ ਜਿਹਦੇ ਚ ਬੱਚਾ ਜਿਹੜਾ ਹੈਗਾ ਉਹ ਐਕਟੀਵਿਟੀਜ਼ ਦੇ ਰਾਹੀਂ ਲਰਨ ਕਰਦਾ ਹੋਵੇ, ਠੀਕ ਹੈ। ਤਾਂ ਆਪਣੇ ਕੋਲ ਆਨਸਰ ਇੱਥੇ ਕੀ ਹੈ? D। 16th ਆਪਣੇ ਕੋਲ the essence of effective classroom environment is, ਜਿਹੜੀ essence ਹੈਗੀ ਆ, ਮਤਲਬ ਅਸੀਂ effective classroom ਕਿਹਨੂੰ ਕੰਸੀਡਰ ਕਰਦੇ ਆ? ਤਾਂ ਪ੍ਰਭਾਵਸ਼ਾਲੀ ਜਮਾਤ ਵਾਤਾਵਰਣ ਦੇ ਲਈ ਸਭ ਤੋਂ ਜ਼ਰੂਰੀ ਕੀ ਆ? ਕਹਿੰਦੇ ਵੈਰਾਈਟੀ ਆਫ ਟੀਚਿੰਗ ਏਡਸ, ਬਹੁਤ ਸਾਰੀਆਂ ਟੀਚਿੰਗ ਏਡਸ ਹੋਣ, ਲਾਈਵਲੀ ਸਟੂਡੈਂਟ ਟੀਚਰ ਇੰਟਰੈਕਸ਼ਨ, ਇਸ ਤਰੀਕੇ ਦਾ ਕਲਾਸਰੂਮ ਹੋਵੇ ਜਿੱਥੇ ਟੀਚਰ ਵੀ ਐਕਟਿਵ ਆ, ਬੱਚੇ ਵੀ ਐਕਟਿਵ ਆ, ਦੋਨਾਂ ਦੇ ਵਿੱਚ ਇੰਟਰੈਕਸ਼ਨ ਹੋ ਰਹੀ ਆ, ਪਿਨ ਡ੍ਰੌਪ ਸਾਇਲੈਂਟ ਹੋਵੇ ਜਾਂ ਸਟ੍ਰਿਕਟ ਡਿਸਿਪਲਿਨ ਹੋਵੇ। ਤਾਂ ਆਪਣੇ ਕੋਲ ਇੱਥੇ ਹੈ B ਆਂਸਰ, ਲਾਈਵਲੀ ਸਟੂਡੈਂਟ ਟੀਚਰ ਇੰਟਰੈਕਸ਼ਨ, ਜਿੱਥੇ ਟੀਚਰ ਤੇ ਬੱਚਾ ਦੋਨੋਂ ਇੰਟਰੈਕਟ ਕਰ ਰਹੇ ਆ। 17th ਆਪਣੇ ਕੋਲ ਦਾ ਟੀਚਿੰਗ ਇਜ਼ ਅ ਟ੍ਰਾਈਪੋਲਰ, ਇਟ ਕੰਸਿਸਟ। ਤਾਂ ਜਿਹੜੀ ਟੀਚਿੰਗ ਆਪਣੇ ਕੋਲ ਕੀ ਆ? ਟ੍ਰਾਈਪੋਲਰ ਆ। ਤੇ ਇਹਦੇ ਚ ਕੀ ਸ਼ਾਮਲ ਆ? ਇਹ ਸ਼ਾਮਲ ਕੀ ਹੈ? ਟੀਚਰ, ਸਟੂਡੈਂਟ ਐਂਡ ਕਰਿਕੂਲਮ, ਹਨਾ। 3 ਚੀਜ਼ਾਂ ਸ਼ਾਮਲ ਨੇ ਇੱਥੇ। ਤੁਹਾਡੇ ਕੋਲ ਮਟੀਰੀਅਲ ਵੀ ਸ਼ਾਮਲ ਕੀਤਾ ਹੋ ਸਕਦਾ ਤੇ ਇੱਥੇ ਇਨਵਾਇਰਨਮੈਂਟ ਵੀ ਲਿਖਿਆ ਹੋ ਸਕਦਾ ਟੀਚਰ ਤੇ ਸਟੂਡੈਂਟ ਦੇ ਨਾਲ, ਠੀਕ ਹੈ। ਜਿਹੜਾ ਟ੍ਰਾਈਪੋਲਰ ਆ ਟੀਚਿੰਗ, ਇਹ ਕਿਹਨੇ ਆਖਿਆ? ਡੈਵੀ ਨੇ। ਬਾਈਪੋਲਰ ਆ ਜਿਸ ਟੀਚਰ ਤੇ ਸਟੂਡੈਂਟ ਆ, ਕਿਹਨੇ ਆਖਿਆ? ਐਡਮਸ ਨੇ। ਦੈਨ ਆਪਣੇ ਕੋਲ ADHD। ADHD ਦੀ ਫੁੱਲ ਫਾਰਮ ਕੀ ਹੁੰਦੀ ਆ? ਅਟੈਂਸ਼ਨ ਡੈਫੀਸ਼ੀਟ ਹਾਈਪਰ ਐਕਟੀਵਿਟੀ ਡਿਸਆਰਡਰ, ਠੀਕ ਹੈ ਜੀ। ਅਟੈਂਸ਼ਨ ਡੈਫੀਸ਼ੀਟ ਹਾਈਪਰ ਐਕਟੀਵਿਟੀ ਡਿਸਆਰਡਰ, ਤਾਂ ਕਿਹਦੇ ਨਾਲ ਰਿਲੇਟਡ ਆ? ਅਟੈਂਸ਼ਨ। ਇਹ ਚ ਬੱਚਾ ਜਿਹੜਾ ਹੈਗਾ ਪ੍ਰੋਪਰ ਅਟੈਂਸ਼ਨ ਨਹੀਂ ਦੇ ਪਾਉਂਦਾ ਜਦੋਂ ਵੀ ਲਰਨ ਕਰਦਾ, ਤਾਂ ਇਸ ਕਰਕੇ ਅਟੈਂਸ਼ਨ ਦੇ ਨਾਲ ਰਿਲੇਟਡ ਇਹ ਸਮੱਸਿਆ। ਦੈਨ ਹੈ ਐਕਸੈਸਿਵ ਬਲੀਡਿੰਗ ਡਿਊਰਿੰਗ ਐਨ ਇੰਜਰੀ ਇਜ਼ ਅ ਡੈਫੀਸ਼ੀਐਂਸੀ। ਜਦੋਂ ਕਿਸੇ ਬੱਚੇ ਦੇ ਸੱਟ ਲੱਗ ਜੇ, ਬਹੁਤ ਟਾਈਮ ਤੱਕ ਖੂਨ ਨਾ ਰੁਕੇ, ਮੈਂ ਤੁਹਾਨੂੰ ਕਲਾਸ ਦੇ ਵਿੱਚ ਵੀ ਦੱਸਿਆ ਸੀ ਕਿ ਹੀਮੋਫੀਲੀਆ ਹੁੰਦਾ ਇਸ ਤਰੀਕੇ ਦੀ ਪ੍ਰੋਬਲਮ। ਵੈਸੇ ਉਹ ਹੈਰੀਡਿਟੀ ਹੁੰਦੀ ਆ, ਬਟ ਕਿਸੇ ਸੱਟ ਦੇ ਲੱਗਣ ਕਰਕੇ ਜਦੋਂ ਖੂਨ ਵਗਣੋਂ ਨਹੀਂ ਰੋਕਦਾ, ਅਸਲ ਦੇ ਵਿੱਚ ਖੂਨ ਵਗਣ ਨੂੰ ਰੋਕਣ ਵਾਲਾ ਸਾਡੇ ਕੋਲ ਵਿਟਾਮਿਨ ਕਿਹੜਾ ਹੈਗਾ? ਵਿਟਾਮਿਨ K। ਤਾਂ ਵਿਟਾਮਿਨ K ਦੀ ਜੇ ਕਮੀ ਹੋ ਜੇ ਤਾਂ ਫਿਰ ਸੱਟ ਲੱਗਣ ਤੇ ਜਿਹੜਾ ਖੂਨ ਹੈਗਾ
ਉਹਦੇ ਚ ਰੁਕਾਵਟ ਨਹੀਂ ਆਉਂਦੀ, ਉਹ ਰੁਕਦਾ ਨਹੀਂ ਹੈਗਾ, ਉਹ ਬਲੀਡਿੰਗ ਹੋਈ ਜਾਂਦੀ ਹੈ। ਠੀਕ ਹੈ, ਤਾਂ ਇਸ ਕਰਕੇ ਵਿਟਾਮਿਨ ਕੇ ਹੈ ਜਿਹੜਾ ਜ਼ਿੰਮੇਵਾਰ ਹੈਗਾ ਸੱਟ ਲੱਗਣ ਤੋਂ ਬਾਅਦ ਖੂਨ ਨਾ ਰੁਕਣ ਦਾ। 20 ਆਪਣੇ ਕੋਲ ਗੋਇਟਰ ਐਂਡ the enlarged thyroid gland are mainly diagnosed in patient with deficiency of which of the following mineral। ਤਾਂ ਗਿਲਰ ਰੋਗ ਤੇ ਥਾਇਰਾਇਡ ਗਲੈਂਡ ਆ ਜਿਹੜਾ ਉਹ ਵੱਡਾ ਹੋ ਜਾਂਦਾ, ਜਿਹਦੇ ਕਰਕੇ ਸਮੱਸਿਆਵਾਂ ਆਉਣ ਲੱਗ ਜਾਂਦੀਆਂ ਨਾ, ਤਾਂ ਇਹ ਕਿਸ ਖਣਿਜ ਦੀ ਕਮੀ ਕਰਕੇ ਹੁੰਦਾ? ਤਾਂ ਇਹ ਵੀ ਬੜਾ ਕਾਮਨ ਤੇ ਬੜਾ ਹੀ ਇੰਪੋਰਟੈਂਟ ਕੁਐਸਚਨ ਆ ਕੀ ਹੈ, ਆਇਓਡੀਨ। ਆਇਓਡੀਨ ਦੀ ਕਮੀ ਦੇ ਨਾਲ ਹੀ ਗਿਲਰ ਦਾ ਰੋਗ ਆ ਜਿਹੜਾ ਉਹ ਬੱਚਿਆਂ ਦੇ ਵਿੱਚ ਦੇਖਿਆ ਜਾਂਦਾ। ਠੀਕ ਹੈ ਜੀ, ਤਾਂ ਇਹ ਸੀਗੀ ਸਾਡੀ ਅੱਜ ਦੀ MCQ ਸੀਰੀਜ਼। ਨੈਕਸਟ ਕਲਾਸ ਦੇ ਵਿੱਚ ਨਵੇਂ ਕੁਐਸਚਨ, ਨਵੀਂ ਸੀਰੀ ਲੈ ਕੇ ਮਿਲਾਂਗੇ। ਥੈਂਕ ਯੂ ਸੋ ਮਚ।